ਅਸੀਂ ਕਰ ਰਹੇ ਸੀ 1857 ਈਸਵੀ ਦੇ ਵਿਦਰੋਹ ਦੇ ਕਾਰਨ। ਅੱਜ ਅਸੀਂ ਗੱਲ ਕਰਾਂਗੇ ਕੇਵਲ ਪ੍ਰਸ਼ਾਸਨਿਕ ਕਾਰਨਾਂ ਦੇ ਬਾਰੇ, ਜਿਨ੍ਹਾਂ ਵਿੱਚੋਂ ਪਹਿਲਾ ਪੁਆਇੰਟ ਹੈ ਭਾਰਤ ਉੱਤੇ ਇੰਗਲੈਂਡ ਤੋਂ ਸ਼ਾਸਨ। ਅੰਗਰੇਜ਼ਾਂ ਦਾ ਰਾਜ ਪ੍ਰਬੰਧ ਭਾਰਤੀਆਂ ਵਿੱਚ ਹਰਮਨ ਪਿਆਰਾ ਨਹੀਂ ਸੀ। ਇਸ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਭਾਰਤੀਆਂ ਉੱਤੇ ਬਰਤਾਨੀਆ ਤੋਂ ਸ਼ਾਸਨ ਕੀਤਾ ਜਾ ਰਿਹਾ ਸੀ। ਅੰਗਰੇਜ਼ਾਂ ਤੋਂ ਪਹਿਲਾਂ ਭਾਰਤ ਉੱਤੇ ਤੁਰਕ, ਅਫਗਾਨ ਤੇ ਮੁਗਲ ਵਿਦੇਸ਼ੀ ਵੰਸ਼ਾਂ ਨੇ ਰਾਜ ਕੀਤਾ ਸੀ। ਇਹਨਾਂ ਵੰਸ਼ਾਂ ਦੇ ਸ਼ਾਸਕ ਭਾਰਤ ਵਿੱਚ ਰਹਿੰਦੇ ਸਨ ਅਤੇ ਹੌਲੀ-ਹੌਲੀ ਲੋਕ ਉਹਨਾਂ ਨੂੰ ਪਸੰਦ ਕਰਨ ਲੱਗ ਪਏ ਸਨ। ਅਕਬਰ ਦੇ ਸਮੇਂ ਤੋਂ ਮੁਗਲ ਸਮਰਾਟ ਲੋਕਾਂ ਵਿੱਚ ਹਰਮਨ ਪਿਆਰੇ ਹੋ ਗਏ ਸਨ, ਕਿਉਂਕਿ ਇਸ ਮਹਾਨ ਬਾਦਸ਼ਾਹ ਨੇ ਹਿੰਦੂਆਂ ਪ੍ਰਤੀ ਉਦਾਰ ਨੀਤੀ ਅਪਣਾਈ ਸੀ ਅਤੇ ਲੋਕਾਂ ਦੀ ਭਲਾਈ ਲਈ ਵੀ ਅਨੇਕ ਕਾਰਜ ਕੀਤੇ ਸੀ। ਉਸ ਦੇ ਸਮੇਂ ਤੋਂ ਝਰੋਖਾ ਦਰਸ਼ਨ ਦੀ ਪ੍ਰਥਾ ਵੀ ਪ੍ਰਚਲਿਤ ਹੋਈ ਸੀ, ਜਿਸ ਅਨੁਸਾਰ ਸਮਰਾਟ ਸਵੇਰੇ ਮਹਿਲ ਦੇ ਬਰਾਂਡੇ ਤੋਂ ਲੋਕਾਂ ਨੂੰ ਦਰਸ਼ਨ ਦਿੰਦਾ ਸੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਦਾ ਸੀ। ਲੋਕ ਬਾਦਸ਼ਾਹ ਪ੍ਰਤੀ ਸਨਮਾਨ ਤੇ ਸ਼ਰਧਾ ਦੀਆਂ ਭਾਵਨਾਵਾਂ ਰੱਖਦੇ ਸਨ। ਭਾਰਤ ਵਿੱਚ ਅੰਗਰੇਜ਼ਾਂ ਦਾ ਸ਼ਾਸਨ ਸਥਾਪਿਤ ਹੋ ਜਾਣ ਪਿੱਛੋਂ ਲੋਕ ਇਹ ਬਰਦਾਸ਼ਤ ਨਾ ਕਰ ਸਕੇ ਕਿ ਉਹਨਾਂ ਦੇ ਦੇਸ਼ ਉੱਤੇ ਹਜ਼ਾਰਾਂ ਮੀਲ ਦੂਰ ਇੰਗਲੈਂਡ ਤੋਂ ਰਾਜ ਕੀਤਾ ਜਾਏ। ਉਹ ਅਦਿੱਖ ਵਿਦੇਸ਼ੀ ਸਮਰਾਟ ਪ੍ਰਤੀ ਕੋਈ ਆਦਰ ਭਾਵ ਨਹੀਂ ਰੱਖਦੇ ਸਨ ਅਤੇ ਘਿਰਣਾ ਦੇ ਭਾਵ ਰੱਖਦੇ ਸਨ। ਦੂਸਰਾ ਪੁਆਇੰਟ ਹੈ ਅੰਗਰੇਜ਼ ਅਧਿਕਾਰੀਆਂ ਦਾ ਲੋਕਾਂ ਨਾਲ ਭੈੜਾ ਸਲੂਕ। ਅੰਗਰੇਜ਼ੀ ਅਧਿਕਾਰੀਆਂ ਦਾ ਲੋਕਾਂ ਨਾਲ ਸਲੂਕ ਚੰਗਾ ਨਹੀਂ ਸੀ। ਉਹ ਬਹੁਤ ਅਭਿਮਾਨੀ ਸਨ ਅਤੇ ਭਾਰਤੀਆਂ ਨੂੰ ਨੀਵੇਂ ਸਮਝ ਕੇ ਉਹਨਾਂ ਵੱਲ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਸਨ। ਉਹ ਲੋਕਾਂ ਦੀਆਂ ਤਕਲੀਫਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਸਨ ਅਤੇ ਉਹਨਾਂ ਵਿੱਚ ਹਮਦਰਦੀ ਦੀ ਭਾਵਨਾ ਬਿਲਕੁਲ ਨਹੀਂ ਸੀ। ਕਈ ਅੰਗਰੇਜ਼ ਅਧਿਕਾਰੀ ਤਾਂ ਲੋਕਾਂ ਪ੍ਰਤੀ ਵਿਹਾਰ ਵਿੱਚ ਬੇਰਹਿਮ ਤੇ ਅਤਿਆਚਾਰੀ ਵੀ ਸਨ। ਭਾਰਤੀ ਲੋਕ ਉਹਨਾਂ ਦੇ ਅਪਮਾਨਜਨਕ ਸਲੂਕ ਤੋਂ ਤੰਗ ਆ ਗਏ ਸਨ ਅਤੇ ਉਹਨਾਂ ਤੋਂ ਬਦਲਾ ਲੈਣ ਲਈ ਠੀਕ ਮੌਕੇ ਦੀ ਤਲਾਸ਼ ਵਿੱਚ ਸਨ। ਤੀਸਰਾ ਪੁਆਇੰਟ ਹੈ ਭਾਰਤੀਆਂ ਨੂੰ ਉੱਚੀਆਂ ਨੌਕਰੀਆਂ ਤੋਂ ਵਾਂਝਿਆ ਰੱਖਣਾ। ਭਾਰਤ ਦੀ ਅੰਗਰੇਜ਼ੀ ਸਰਕਾਰ ਨੇ ਭਾਰਤੀਆਂ ਨੂੰ ਉੱਚੀਆਂ ਪਦਵੀਆਂ ਤੋਂ ਵਾਂਝਿਆ ਰੱਖਣ ਦੀ ਨੀਤੀ ਅਪਣਾਈ। ਉਹਨਾਂ ਨੂੰ ਕੇਵਲ ਛੋਟੀਆਂ-ਛੋਟੀਆਂ ਨੌਕਰੀਆਂ ਹੀ ਦਿੱਤੀਆਂ ਜਾਂਦੀਆਂ ਸਨ ਅਤੇ ਉੱਚ ਪਦਵੀਆਂ ਉੱਤੇ ਸਿਰਫ ਅੰਗਰੇਜ਼ਾਂ ਅਤੇ ਯੂਰਪੀਅਨਾਂ ਨੂੰ ਹੀ ਲਾਇਆ ਜਾਂਦਾ ਸੀ। ਭਾਵੇਂ 1833 ਈਸਵੀ ਦੇ ਐਕਟ ਵਿੱਚ ਕਿਹਾ ਗਿਆ ਸੀ ਕਿ ਉੱਚ ਨੌਕਰੀਆਂ ਦੇਣ ਸਮੇਂ ਜਾਤ, ਧਰਮ ਅਤੇ ਰੰਗ ਦਾ ਕੋਈ ਧਿਆਨ ਨਹੀਂ ਰੱਖਿਆ ਜਾਵੇਗਾ, ਫਿਰ ਵੀ ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਵੀ ਭਾਰਤੀਆਂ ਨੂੰ ਉੱਚ ਪਦਵੀਆਂ ਤੋਂ ਅਲੱਗ ਰੱਖਿਆ ਗਿਆ। ਇਸ ਲਈ ਭਾਰਤੀਆਂ ਦੀਆਂ ਕੰਪਨੀ ਦੀ ਸਰਕਾਰ ਵਿਰੁੱਧ ਵਿਦਰੋਹੀ ਭਾਵਨਾਵਾਂ ਜ਼ੋਰ ਫੜਨ ਲੱਗੀਆਂ ਸਨ। ਚੌਥਾ ਪੁਆਇੰਟ ਹੈ ਕਾਨੂੰਨ ਨਿਰਮਾਣ ਕੌਂਸਲ ਵਿੱਚ ਭਾਰਤੀਆਂ ਨੂੰ ਜਗ੍ਹਾ ਨਾ ਦੇਣਾ। 1857 ਈਸਵੀ ਦੇ ਵਿਦਰੋਹ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਕਾਨੂੰਨ ਨਿਰਮਾਣ ਕੌਂਸਲ ਵਿੱਚ ਭਾਰਤੀਆਂ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ ਸੀ। ਸਿਰਫ ਅੰਗਰੇਜ਼ ਹੀ ਇਸ ਕੌਂਸਲ ਦੇ ਮੈਂਬਰ ਸਨ ਅਤੇ ਉਹ ਭਾਰਤੀਆਂ ਦੇ ਰੀਤੀ ਰਿਵਾਜਾਂ ਅਤੇ ਭਾਵਨਾਵਾਂ ਨੂੰ ਜਾਣਨ ਤੋਂ ਬਿਨਾਂ ਹੀ ਕਾਨੂੰਨ ਬਣਾ ਦਿੰਦੇ ਸਨ। ਉਹਨਾਂ ਨੇ ਕੁਝ ਅਜਿਹੇ ਕਾਨੂੰਨ ਬਣਾ ਦਿੱਤੇ ਜੋ ਕਿ ਭਾਰਤੀਆਂ ਦੀਆਂ ਭਾਵਨਾਵਾਂ ਦੇ ਅਨੁਸਾਰ ਨਹੀਂ ਸਨ। ਇਸ ਲਈ ਭਾਰਤੀ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਭੜਕ ਉੱਠੇ
ਪੰਜਵਾਂ ਪੁਆਇੰਟ ਹੈ ਭਾਰਤ ਵਿੱਚ ਕਾਨੂੰਨ ਦੇ ਸ਼ਾਸਨ ਦਾ ਪ੍ਰਚਲਨ। ਕੰਪਨੀ ਦੀ ਸਰਕਾਰ ਨੇ ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਪ੍ਰਚਲਿਤ ਕੀਤਾ। ਇਸ ਅਨੁਸਾਰ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਸਾਰੇ ਲੋਕਾਂ, ਅਮੀਰ ਤੇ ਗਰੀਬ, ਤਾਕਤਵਰ ਤੇ ਕਮਜ਼ੋਰ, ਉੱਚ ਵਰਗ ਦੇ ਅਤੇ ਨੀਵੇਂ ਵਰਗ ਦੇ ਸਾਰਿਆਂ ਨੂੰ ਬਰਾਬਰ ਸਮਝਿਆ ਜਾਣ ਲੱਗਾ। ਭਾਵੇਂ ਇਹ ਲੋਕਤੰਤਰੀ ਸਿਧਾਂਤ ਦੇ ਅਨੁਕੂਲ ਇੱਕ ਚੰਗਾ ਕਾਰਜ ਸੀ, ਪਰੰਤੂ ਇਸ ਦਾ ਉਲਟਾ ਅਸਰ ਦੇਖਣ ਨੂੰ ਮਿਲਿਆ। ਉੱਚੇ ਵਰਗ ਦੇ ਲੋਕਾਂ ਨੇ, ਜਿਨ੍ਹਾਂ ਨੂੰ ਅੰਗਰੇਜ਼ਾਂ ਦੇ ਸ਼ਾਸਨ ਕਾਲ ਤੋਂ ਪਹਿਲਾਂ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ, ਇਸ ਲੋਕਤੰਤਰੀ ਕਾਰਜ ਨੂੰ ਪਸੰਦ ਨਾ ਕੀਤਾ, ਕਿਉਂਕਿ ਇਹ ਉਹਨਾਂ ਦੇ ਨਿੱਜੀ ਹਿੱਤਾਂ ਲਈ ਉਹਨਾਂ ਨੂੰ ਹਾਨੀਕਾਰਕ ਪ੍ਰਤੀਤ ਹੁੰਦਾ ਸੀ। ਇਸ ਲਈ ਉੱਚ ਵਰਗ ਦੇ ਉਹ ਲੋਕ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਹੋ ਗਏ। ਛੇਵਾਂ ਪੁਆਇੰਟ ਹੈ ਅੰਗਰੇਜ਼ੀ ਨਿਆਂ ਪ੍ਰਣਾਲੀ ਦਾ ਹਰਮਨ ਪਿਆਰਾ ਨਾ ਹੋਣਾ। ਅੰਗਰੇਜ਼ਾਂ ਨੇ ਭਾਰਤ ਵਿੱਚ ਆਧੁਨਿਕ ਨਿਆਂ ਪ੍ਰਣਾਲੀ ਦੀ ਸਥਾਪਨਾ ਕੀਤੀ, ਪਰ ਇਹ ਨਿਆਂ ਪ੍ਰਣਾਲੀ ਭਾਰਤੀਆਂ ਵਿੱਚ ਹਰਮਨ ਪਿਆਰੀ ਨਾ ਹੋ ਸਕੀ। ਅੰਗਰੇਜ਼ਾਂ ਦੇ ਕਾਨੂੰਨ ਭਾਰਤੀਆਂ ਲਈ ਅਜੀਬ ਸਨ, ਜਿਨ੍ਹਾਂ ਨੂੰ ਉਹ ਸਮਝ ਨਹੀਂ ਸਕੇ ਸਨ। ਇਸ ਦੇ ਇਲਾਵਾ ਮੁਕੱਦਮਿਆਂ ਦੇ ਫੈਸਲੇ ਦੇਰ ਨਾਲ ਕੀਤੇ ਜਾਂਦੇ ਸਨ ਅਤੇ ਲੋਕਾਂ ਦਾ ਇਹਨਾਂ ਉੱਤੇ ਬਹੁਤ ਖਰਚ ਹੋ ਜਾਂਦਾ ਸੀ। ਕਈ ਵਾਰੀ ਕਪਟੀ ਅਮੀਰ ਲੋਕ ਝੂਠੇ ਗਵਾਹ ਖਰੀਦ ਕੇ ਨਿਰਦੋਸ਼ ਤੇ ਗਰੀਬ ਲੋਕਾਂ ਦੇ ਵਿਰੁੱਧ ਫੈਸਲਾ ਕਰਵਾ ਲੈਂਦੇ ਸਨ। ਇਹਨਾਂ ਕਾਰਨਾਂ ਕਰਕੇ ਭਾਰਤੀ ਲੋਕਾਂ ਨੂੰ ਅੰਗਰੇਜ਼ਾਂ ਦੀ ਨਿਆਂ ਪ੍ਰਣਾਲੀ ਤੋਂ ਨਫ਼ਰਤ ਹੋਣੀ ਸ਼ੁਰੂ ਹੋ ਗਈ ਅਤੇ ਉਹ ਇਸ ਨੂੰ ਜ਼ੁਲਮ ਦਾ ਇੱਕ ਸਾਧਨ ਸਮਝਣ ਲੱਗ ਪਏ। ਅੰਗਰੇਜ਼ਾਂ ਨੇ ਫਾਰਸੀ ਦੀ ਥਾਂ ਅੰਗਰੇਜ਼ੀ ਨੂੰ ਅਦਾਲਤੀ ਭਾਸ਼ਾ ਐਲਾਨ ਕਰ ਦਿੱਤਾ ਸੀ। ਇਸ ਕਾਰਨ ਵੀ ਲੋਕ, ਖਾਸ ਤੌਰ 'ਤੇ ਮੁਸਲਿਮ ਲੋਕ, ਅਸੰਤੁਸ਼ਟ ਹੋ ਗਏ। ਇਸ ਤਰ੍ਹਾਂ ਅੰਗਰੇਜ਼ੀ ਨਿਆਂ ਪ੍ਰਣਾਲੀ ਵੀ ਉਹਨਾਂ ਪ੍ਰਸ਼ਾਸਨਿਕ ਕਾਰਨਾਂ ਵਿੱਚ ਇੱਕ ਕਾਰਨ ਸਿੱਧ ਹੋਈ, ਜਿਨ੍ਹਾਂ ਨੇ 1857 ਈਸਵੀ ਵਿੱਚ ਲੋਕਾਂ ਨੂੰ ਵਿਦਰੋਹ ਕਰਨ ਲਈ ਮਜਬੂਰ ਕਰ ਦਿੱਤਾ। ਅਗਲਾ ਪੁਆਇੰਟ ਹੈ ਜਾਬਰ ਭੂਮੀਕਰ ਵਿਵਸਥਾ। ਅੰਗਰੇਜ਼ੀ ਸਰਕਾਰ ਰਾਹੀਂ ਪ੍ਰਚਲਿਤ ਕੀਤੀ ਗਈ ਭੂਮੀਕਰ ਵਿਵਸਥਾ ਭਾਰਤੀ ਜ਼ਿਮੀਂਦਾਰਾਂ ਅਤੇ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਸੀ। ਬੰਗਾਲ, ਬਿਹਾਰ ਤੇ ਉੜੀਸਾ ਵਿੱਚ ਪ੍ਰਚਲਿਤ ਕੀਤੇ ਗਏ ਸਥਾਈ ਬੰਦੋਬਸਤ ਅਤੇ ਦੂਜੇ ਪ੍ਰਾਂਤਾਂ ਵਿੱਚ ਲਾਗੂ ਕੀਤੇ ਗਏ ਰਈਅਤਵਾੜੀ ਬੰਦੋਬਸਤ ਤੇ ਮਹਿਲਵਾੜੀ ਬੰਦੋਬਸਤ ਦੇ ਸਿੱਟੇ ਵਜੋਂ ਜ਼ਿਮੀਂਦਾਰਾਂ ਅਤੇ ਕਿਸਾਨਾਂ ਉੱਤੇ ਅਤਿਆਚਾਰ ਹੋਣ ਲੱਗੇ ਅਤੇ ਉਹ ਦੁਖੀ ਤੇ ਬਰਬਾਦ ਹੋ ਗਏ। ਸਥਾਈ ਬੰਦੋਬਸਤ ਅਧੀਨ ਜ਼ਿਮੀਂਦਾਰਾਂ ਤੋਂ ਭੂਮੀ ਕਰ ਵਜੋਂ ਪ੍ਰਾਪਤ ਕੀਤੀ ਜਾਣ ਵਾਲੀ ਰਕਮ 1765 ਈਸਵੀ ਦੀ ਰਕਮ ਤੋਂ ਲਗਭਗ ਦੁੱਗਣੀ ਸੀ। ਕਾਫੀ ਗਿਣਤੀ ਵਿੱਚ ਜ਼ਿਮੀਂਦਾਰ ਲਗਾਨ ਦੀ ਵੱਡੀ ਰਕਮ ਨਿਸ਼ਚਿਤ ਸਮੇਂ ਉੱਤੇ ਸਰਕਾਰ ਨੂੰ ਅਦਾ ਨਹੀਂ ਕਰ ਪਾਏ ਸਨ, ਜਿਸ ਕਾਰਨ ਉਹਨਾਂ ਦੀਆਂ ਜ਼ਮੀਨਾਂ ਦੇ ਕੁਝ ਭਾਗਾਂ ਨੂੰ ਨਿਲਾਮ ਕਰਕੇ ਵੇਚ ਦਿੱਤਾ ਗਿਆ। ਰਈਅਤਵਾੜੀ ਤੇ ਮਹਿਲਵਾੜੀ ਵਿਵਸਥਾਵਾਂ ਅਧੀਨ ਕਿਸਾਨਾਂ ਅਤੇ ਛੋਟੇ ਜ਼ਿਮੀਂਦਾਰਾਂ ਨੂੰ ਕੁੱਲ ਪੈਦਾਵਾਰ ਦਾ 45% ਤੋਂ 55% ਭਾਗ ਲਗਾਨ ਵਜੋਂ ਹਰ ਸਾਲ ਨਿਸ਼ਚਿਤ ਸਮੇਂ ਵਿੱਚ ਨਗਦ ਦੇਣਾ ਪੈਂਦਾ ਸੀ ਅਤੇ ਹਰ 20-30 ਸਾਲਾਂ ਵਿੱਚ ਲਗਾਨ ਦੀ ਰਕਮ ਹੋਰ ਵੀ ਜ਼ਿਆਦਾ ਕਰ ਦਿੱਤੀ ਜਾਂਦੀ ਸੀ, ਜਿਸ ਦੇ ਸਿੱਟੇ ਵਜੋਂ ਉਹਨਾਂ ਦੀ ਹਾਲਤ ਤਰਸਯੋਗ ਹੋ ਗਈ ਅਤੇ ਉਹ ਸ਼ਾਹੂਕਾਰਾਂ ਦੇ ਕਰਜ਼ਈ ਹੋ ਗਏ। ਭਾਰਤ ਦੇ ਵੱਖ-ਵੱਖ ਭਾਗਾਂ ਦੇ ਵਿੱਚ 1857 ਈਸਵੀ ਤੋਂ ਪਹਿਲਾਂ ਸਮੇਂ-ਸਮੇਂ 'ਤੇ
असंतुष्ट किसानां ने अंग्रेजी सरकार विरुद्ध कई वार विद्रोह कीते सन। अगला पॉइंट है अयोग अते दोषपूर्ण पुलिस व्यवस्था। कंपनी दी सरकार ने भारत विच नवी पुलिस व्यवस्था प्रचलित कीती सी। ਜ਼ਿਮੀਂਦਾਰਾਂ ਦੇ ਪੁਲਿਸ ਅਧਿਕਾਰਾਂ ਨੂੰ ਸਮਾਪਤ ਕਰ ਦਿੱਤਾ ਗਿਆ ਸੀ ਅਤੇ ਅੰਗਰੇਜ਼ਾਂ ਤੇ ਯੂਰਪੀਅਨਾਂ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਪਦਵੀਆਂ ਉੱਤੇ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਦੀ ਸਹਾਇਤਾ ਲਈ ਸਿਪਾਹੀ ਭਰਤੀ ਕੀਤੇ ਗਏ ਜੋ ਭਾਰਤੀ ਹੁੰਦੇ ਸਨ। ਪਰੰਤੂ ਇਹ ਨਵੀਂ ਪੁਲਿਸ ਵਿਵਸਥਾ ਅਮਲੀ ਰੂਪ ਵਿੱਚ ਦੋਸ਼ਪੂਰਨ ਸਿੱਧ ਹੋਈ ਅਤੇ ਲੋਕਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਜੀਵਨ ਤੇ ਜਾਇਦਾਦ ਸੁਰੱਖਿਅਤ ਨਹੀਂ ਹਨ। ਅਸਲ ਵਿੱਚ ਅੰਗਰੇਜ਼ ਪੁਲਿਸ ਅਧਿਕਾਰੀ ਭਾਰਤੀਆਂ ਨਾਲ ਕੋਈ ਹਮਦਰਦੀ ਨਹੀਂ ਰੱਖਦੇ ਸਨ ਅਤੇ ਉਹਨਾਂ ਦਾ ਮੁੱਖ ਉਦੇਸ਼ ਬ੍ਰਿਟਿਸ਼ ਸਾਮਰਾਜ ਨੂੰ ਵਿਰੋਧੀ ਅੰਸਰਾਂ ਤੋਂ ਸੁਰੱਖਿਅਤ ਰੱਖਣਾ ਸੀ, ਨਾ ਕਿ ਭਾਰਤੀਆਂ ਦੇ ਜੀਵਨ ਤੇ ਜਾਇਦਾਦ ਦੀ ਰੱਖਿਆ ਕਰਨਾ। ਇਸ ਕਾਰਨ ਵੀ ਲੋਕ ਬ੍ਰਿਟਿਸ਼ ਸ਼ਾਸਨ ਤੋਂ ਅਪ੍ਰਸੰਨ ਸਨ ਅਤੇ ਇਸ ਨੂੰ ਉਖਾੜ ਦੇਣ ਦੀ ਕਾਮਨਾ ਕਰਦੇ ਸਨ। ਇਹ ਸੀਗੇ ਸਾਡੇ 1857 ਈਸਵੀ ਦੇ ਵਿਦਰੋਹ ਦੇ ਪ੍ਰਸ਼ਾਸਨਿਕ ਕਾਰਨ। ਧੰਨਵਾਦ।